ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਈ ਮੈਂ तेरी। ना तुम डोलो हो ना हम गिरते, रख लीनी हर मेरी। सुर नर मुन जन अमृत खोज दे, सो अमृत गुर ते पाया। पाया अमृत गुर कृपा कीनी, सच्चा मन वसाया। जी जंत सब तुद पाए, एक वेख परसन आया। लब लोभ अहंकार चूका, सतगुर भला पाया। कह नानक जिसनु आप तुठा, तिन अमृत गुर ते पाया। पीवो पाहुल खंडे तार, होवे जन्म सुहेला। 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 पीवो पाहुल खंडे होवे जन्म सुहेला। पीवो पाहुल खंडे तार, 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 होवे जन्म सुहेला। पाहुल खंडे तार, होवे जन्म सुहेला। पीवो पाहुल खंडे तार, होवे जन्म सुहेला। होवे जन्म सुहेला। जन्म होवे जन्म सुहेला। जन्म सुहेला। जी होवे जन्म सुहेला। जन्म सुहेला। होवे जन्म सुहेला। जन्म सुहेला। जन्म सुहेला। जन्म सुहेला। होवे जन्म सुहेला। होवे जन्म सुहेला। पीवो पाहुल खंडे तार, होवे जन्म। पीवो पाहुल खंडे तार, होवे जन्म सुहेला। 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 हर सच्चे तखत रचाया, सत संगत मेला। नानक निरपो निरंकार, नानक निरपो निरंकार, विच सिद्धा खेला। गुर
ਗੁਰ ਸਿਮਰ ਮਨਾਈ ਕਾਲ ਕਾ गुर सिमर मनाई काल का खंडे की वेला पियो पाहुल खंडेरा इहो पाहुल खंडदार होए जन्म सुहेला गुर संगत कीनी खालसा गुर संगत कीनी खालसा मान मुखे दुहेला वाहो वाहो बिंद सिंह वाह वाह गोबिंद सिंह आपे गुर चेला हर सच्चे तख्त रचाया परम सत्कारयोग गुरु के साजे निवाजे गुरु प्यारी गुरु सवारे गुरु खालसा संगत जियो मन बिरतियाँ ਇਕਾਗਰ ਕਰਦੇ ਹੋਏ ਧੰਨ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਫਤਿਹ ਸਾਂਝੀ ਕਰੀਏ ਸਾਰੀ ਸੰਗਤ ਕਰੋ ਰਸਨਾ ਪਵਿੱਤਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਉੱਤਮ ਵੱਡੇ ਭਾਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਗੁਰੂਆਂ ਦੇ ਗੁਰੂ ਗ੍ਰੰਥਾਂ ਦੇ ਸ਼੍ਰੋਮਣੀ ਗ੍ਰੰਥ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਆਪ ਕਾਫੀ ਸਮੇਂ ਤੋਂ ਸੰਗਤਾਂ ਧੁਰ ਕੀ ਬਾਣੀ ਇਲਾਹੀ ਬਾਣੀ ਰੱਬੀ ਬਾਣੀ ਪਾਪ ਨਾਸ਼ਕ ਸ਼ਾਂਤਦਾਇਕ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ। ਆਓ ਆਪਾਂ ਥੋੜ੍ਹਾ ਸਮਾਂ ਜੋ ਵਿਸਾਖੀ ਦਾ ਦਿਹਾੜਾ ਹੈ ਗੁਰੂ ਦੀ ਕਿਰਪਾ ਦੁਆਰਾ ਆਪਾਂ ਵਿਚਾਰ ਕਰੀਏ ਅਤੇ ਉਸ ਵੱਡੇ ਦੀਆਂ ਵਡਿਆਈਆਂ ਕਰੀਏ ਜਿਸ ਬਾਬਤ ਪੜ੍ਹਦੇ ਆ ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਆਓ ਇਹ ਜਿਹੜਾ ਵਿਸਾਖੀ ਦਾ ਦਿਹਾੜਾ ਹੈ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ 4 ਉਦਾਸੀਆਂ ਮਹਾਰਾਜ ਨੇ ਕੀਤੀਆਂ ਨੇ ਜਦੋਂ ਪਹਿਲੀ ਉਦਾਸੀ ਵੇਲੇ ਘਰੋਂ ਚੱਲੇ ਨੇ ਉਹ ਵੀ ਵਿਸਾਖੀ ਵਾਲਾ ਦਿਹਾੜਾ ਸੀ ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੈਸੇ ਤਾਂ ਪਹਿਲੇ ਸਮੇਂ ਤੋਂ ਹੀ ਦਿਹਾੜਾ ਮਨਾਇਆ ਜਾਂਦਾ ਹੈ ਪਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇਹ ਵਿਸਾਖੀ ਮਨਾਉਣੀ ਭਾਈ ਪਾਰੋ ਜੁਲਕਾ ਜੀ ਉਹਨਾਂ ਦੇ ਨਾਲ ਸਲਾਹ ਕਰਕੇ ਵਿਸਾਖੀ ਦਾ ਦਿਹਾੜਾ ਮਨਾਉਣਾ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪਹਿਲੀ ਉਦਾਸੀ ਵੇਲੇ ਬਾਹਰ ਆਏ ਉਹ ਵੀ ਵਿਸਾਖੀ ਵਾਲਾ ਦਿਨ ਸੀ ਜਦੋਂ ਕਾਫੀ ਸਮੇਂ ਤੋਂ ਬੌਲੀ ਸਾਹਿਬ ਦਾ ਜਿਹੜਾ ਕੜ ਨਹੀਂ ਸੀ ਟੁੱਟਦਾ ਉਹ ਵੀ ਵਿਸਾਖੀ ਵਾਲੇ ਦਿਨ ਟੁੱਟਿਆ ਔਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਪ੍ਰਗਟ ਹੋਏ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕੀਤਾ ਉਹ ਵੀ ਵਿਸਾਖੀ ਵਾਲਾ ਦਿਹਾੜਾ ਸੀ
1664 ਈਸਵੀ ਜਦੋਂ ਕਲਗੀਧਰ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ, ਉਸ ਸਮੇਂ ਗੋਬਿੰਦ ਰਾਏ ਸੀ ਨਾਮ, ਉਹ ਵੀ ਵਿਸਾਖੀ ਵਾਲਾ ਦਿਹਾੜਾ ਸੀ। ਔਰ ਜਲਿਆਂਵਾਲੇ ਬਾਗ ਦੇ ਵਿੱਚ ਕਈ ਸ਼ਹੀਦੀਆਂ ਹੋਈਆਂ 1919 ਦੇ ਵਿੱਚ, ਉਹ ਵੀ ਵਿਸਾਖੀ ਵਾਲਾ ਦਿਹਾੜਾ ਸੀ। ਔਰ 1977 ਦੇ ਵਿੱਚ 5 ਸਿੰਘ ਜਿਹੜੇ ਸ਼ਹੀਦ, 13 ਸਿੰਘ ਜਿਹੜੇ ਸ਼ਹੀਦ ਹੋਏ, ਉਹ ਵੀ ਨਕਲੀ ਨਿਰੰਕਾਰੀਆਂ ਵੱਲੋਂ, ਉਹ ਵੀ ਵਿਸਾਖੀ ਵਾਲਾ ਦਿਹਾੜਾ ਸੀ। ਔਰ 1699 ਵਾਲੀ ਵਿਸਾਖੀ ਤਾਂ ਆਪਾਂ ਜਾਣਦੇ ਹੀ ਹਾਂ ਵੀ ਕਲਗੀਧਰ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਜਦੋਂ 9ਵੇਂ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਦਿੱਤੀ ਨਾ, ਭਾਈ ਜੈਤਾ ਜੀ ਨੇ ਸੀਸ ਲੈ ਕੇ ਆਏ ਦਿੱਲੀ ਤੋਂ, ਤੇ ਕਲਗੀਧਰ ਮਹਾਰਾਜ ਜੀ ਨੇ ਸੀਸ ਦੇ ਦਰਸ਼ਨ ਕੀਤੇ ਤੇ ਵਰ ਵੀ ਦਿੱਤਾ ਭਾਈ ਜੈਤਾ ਜੀ ਨੂੰ, ਰੰਗ ਰੇਟਾ ਗੁਰੂ ਕਾ ਬੇਟਾ। ਵੀ ਬਹੁਤ ਵੱਡੀ ਸੇਵਾ ਹੈ। ਮਹਾਰਾਜ ਜੀ ਪੁੱਛਦੇ ਨੇ, ਭਾਈ ਜੈਤਾ ਜੀ ਜਦੋਂ ਚਾਂਦਨੀ ਚੌਂਕ ਦੇ ਵਿੱਚ ਗੁਰੂ ਪਿਤਾ ਦੀ ਸ਼ਹੀਦੀ ਹੋਈ, ਕੋਈ ਸਿੱਖ ਅੱਗੇ ਆਇਆ ਨਹੀਂ? ਮਹਾਰਾਜ ਜੀ ਸਿੱਖ ਤਾਂ ਹੋਣਗੇ, ਪਰ ਪਤਾ ਨਹੀਂ ਲੱਗਦਾ ਵੀ ਸਿੱਖ ਦੀ ਨਿਸ਼ਾਨੀ ਕੀ ਹੈ। ਉਸ ਸਮੇਂ ਕਲਗੀਧਰ ਮਹਾਰਾਜ ਜੀ ਨੇ ਫਿਰ ਵੀਰ ਰਸ ਵਿੱਚ ਆ ਕੇ ਇੱਕ ਬਚਨ ਕੀਤਾ, ਕਹਿੰਦੇ ਹੁਣ ਮੈਂ ਇੱਕ ਐਸਾ ਪੰਥ ਖਾਲਸਾ ਸਾਜਾਂਗਾ ਜਿਹੜਾ ਹਜ਼ਾਰਾਂ ਵਿੱਚੋਂ ਲੱਖਾਂ ਵਿੱਚੋਂ ਅਲੱਗਾ ਨਜ਼ਰ ਆਵੇਗਾ। ਕਲਗੀਧਰ ਮਹਾਰਾਜ ਜੀ ਨੇ ਉਸ ਸਮੇਂ ਬਚਨ ਕੀਤਾ। ਫਿਰ ਉਹੀ 1699 ਵਿਸਾਖੀ ਦੇ ਦਿਨ, ਉਦੋਂ ਪਹਿਲਾਂ ਕਲਗੀਧਰ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਸੁਨੇਹੇ ਭੇਜ ਦਿੱਤੇ, ਪੱਤਰਕਾਵਾਂ ਭੇਜ ਦਿੱਤੀਆਂ ਵੀ ਐਤਕੀ ਅਨੰਦਪੁਰ ਦੇ ਵਿੱਚ ਵਿਸਾਖੀ ਵਾਲੇ ਦਿਨ ਕੋਈ ਖਾਸ ਪ੍ਰੋਗਰਾਮ ਉਡੀਕਣਾ ਹੈ। ਸੰਗਤਾਂ ਬਹੁਤ ਦੂਰੋਂ ਵੀ ਨੇੜਿਓਂ ਵੀ, ਕਿਉਂਕਿ ਗੁਰੂ ਦਾ ਹੁਕਮ ਹੈ ਨਾ, ਇਕੱਠ ਹੋਣਾ ਸ਼ੁਰੂ ਹੋ ਗਿਆ। ਉਹੀ ਦਿਹਾੜਾ ਜਿਹੜਾ ਵਿਸਾਖੀ ਵਾਲਾ ਦਿਨ ਮਨਾ ਰਹੇ ਹਾਂ। ਤਕਰੀਬਨ ਇਤਿਹਾਸਕਾਰ ਇਹ ਜ਼ਿਕਰ ਕਰਦੇ ਨੇ 80,000 ਦੇ ਕਰੀਬ ਕਹਿੰਦੇ ਇਕੱਠ ਹੋ ਗਿਆ। ਬੜੇ ਭਾਰੀ ਲੰਗਰ ਲੱਗੇ, ਵੱਡੀ ਸਟੇਜ ਲੱਗੀ, ਕੀਮਤੀ ਸ਼ਾਮਿਆਂ ਨੇ, ਚੰਦੋਏ ਤਾਣੇ ਗਏ, ਕੀਰਤਨ ਹੋ ਰਿਹਾ ਹੈ। ਪਰ ਕਹਿੰਦੇ ਸੰਗਤਾਂ ਉਡੀਕਦੀਆਂ ਨੇ ਵੀ ਕਲਗੀਧਰ ਮਹਾਰਾਜ ਜੀ ਨੇ ਸਾਨੂੰ ਬੁਲਾ ਲਿਆ, ਪਰ ਆਪ ਹਲੇ ਆਏ ਨਹੀਂ। ਕਹਿੰਦੇ ਇੱਕ ਪਾਸੇ ਤੋਂ ਫਿਰ ਕਨਾਤ ਹਿੱਲੀ, ਬੜੀ ਤੇਜ਼ ਰਫ਼ਤਾਰ ਦੇ ਨਾਲ ਕਲਗੀਧਰ ਮਹਾਰਾਜ ਜੀ ਤੁਰੇ ਆ ਰਹੇ ਨੇ। ਸਰੀਰ ਤਣਿਆ ਹੋਇਆ ਹੈ, ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾ ਰਿਹਾ। ਸੋਹਣੀ ਦਸਤਾਰ ਹੈ ਸਿਰ ਦੇ ਉੱਤੇ, ਔਰ ਸੁਨਹਿਰੀ ਚੱਕਰ ਹੈ, ਔਰ ਹੀਰੇ ਜੜਤ ਕਲਗੀ ਲੱਗੀ ਹੈ। ਬੜੀ ਫੁਰਤੀ ਦੇ ਨਾਲ ਆਏ, ਛਾਲ ਮਾਰ ਕੇ ਸਟੇਜ ਦੇ ਉੱਤੇ ਚੜ੍ਹ ਗਏ ਤੇ ਕਲਗੀਧਰ ਮਹਾਰਾਜ ਮਿਆਨ ਦੇ ਵਿੱਚੋਂ ਸ੍ਰੀ ਸਾਹਿਬ ਧੂ ਕੇ ਬੁਲੰਦ ਆਵਾਜ਼ ਦੇ ਵਿੱਚ ਮਹਾਰਾਜ ਜੀ ਇਹ ਬਚਨ ਕਰਦੇ ਨੇ ਵੀ ਇਹ ਗੁਰੂ ਨਾਨਕ ਦੇ ਕਹਾਉਣ ਵਾਲੇ ਗੁਰਸਿੱਖੋ ਸੰਗਤ ਜੀ, ਅੱਜ ਮੈਨੂੰ ਦੇਸ਼ ਵਾਸਤੇ, ਧਰਮ ਵਾਸਤੇ, ਦੇਸ਼ ਕੌਮ ਦੀ ਰੱਖਿਆ ਵਾਸਤੇ ਮੈਨੂੰ ਇੱਕ ਸਿਰ ਦੀ ਲੋੜ ਹੈ। ਵੈਸੇ ਵੀ ਜਿਹੜਾ ਸਿੱਖ ਹੈ ਉਹਦਾ ਫਰਜ਼ ਹੈ ਵੀ ਗੁਰੂ ਦਾ ਹੁਕਮ ਮੰਨਣਾ। ਕਿਸੇ ਨੇ ਪੁੱਛ ਲਿਆ ਵੀ ਗੁਰੂ ਤੇ ਸਿੱਖ ਦਾ ਨਾਤਾ ਕੀ ਹੈ? ਕਹਿੰਦੇ ਇੱਕੋ ਹੀ ਨਾਤਾ ਹੈ। ਕਿਹੜਾ? ਗੁਰੂ ਨੇ ਹੁਕਮ ਕੀਤਾ ਔਰ ਸਿੱਖ ਨੇ ਮੰਨ ਲਿਆ, 7 ਬਚਨ। ਪਰ ਜਿਹੜਾ ਸ਼ੰਕਾ ਕਰਦਾ ਹੈ, ਕਈ ਕਹਿੰਦੇ ਗੁਰੂ ਦਾ ਕੰਮ ਤਾਂ ਗਿਆਨ ਧਿਆਨ ਦੀਆਂ ਗੱਲਾਂ ਕਰਨੀਆਂ ਨੇ, ਗੁਰੂ ਦਾ ਸਿਰ ਵੱਢਣ ਲੱਗ ਪਿਆ। ਇਹ ਸ਼ੰਕਾਵਾਦੀ ਜਿਹੜੇ ਅਸ਼ਰਧਕ ਲੋਕ ਨੇ ਉਹਨਾਂ ਦੀਆਂ ਗੱਲਾਂ ਨੇ। ਆਓ ਵੈਸੇ ਵੀ ਆਪਾਂ ਪੜ੍ਹਦੇ ਹਾਂ, ਜਾਓ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ। ਸਿਰ ਧਰ ਕੇ ਤਲੀ ਤੇ ਆ ਜਾ, ਸਿਰ ਧਰ
ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ। ਸਿਰ ਧਾਰ ਕੇ ਤਲੀ ਤੇ ਆ ਜਾ, ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ। ਸਿਰ ਧਾਰ ਕੇ ਤਲੀ ਤੇ ਆ ਜਾ, ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ ਤਲੀ ਤੇ ਆ ਜਾ, ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰਿਆ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ। ਸਿਰ ਧਾਰ ਕੇ ਤਲੀ ਤੇ ਆ ਜਾ, ਧਾਰ ਕੇ ਤਲੀ ਤੇ ਆ ਜਾ, ਸਿਰ ਧਾਰ ਕੇ। ਸਿਰ ਧਾਰ ਕੇ ਤਲੀ ਤੇ ਆ ਜਾ, 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 ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ। ਸਿਰ ਰੱਖ ਕੇ ਤਲੀ ਤੇ ਆ ਜਾ, ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ ਤਲੀ ਤੇ ਆ ਜਾ, ਸਿਰ ਧਾਰ ਕੇ ਤਲੀ ਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ ਪਿਆਰੇ ਪਿਆਰੇ, ਲੰਘਣਾ ਜੇ ਪ੍ਰੇਮ ਦੀ ਗਲੀ ਸਿਰ ਧਾਰ ਕੇ। ਜੋ ਤੋ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਸਿਰ ਵੀ ਉਹੀ ਦੇਵੇਗਾ। ਜੇ ਅੰਦਰ ਪ੍ਰੇਮ ਨਹੀਂ ਤੇ ਕਈ ਦਾ ਨਹਾਉਣ ਤੋਂ ਹੀ ਡਰਦੇ ਮਾਰੇ ਅੰਮ੍ਰਿਤ ਨਹੀਂ ਛਕਦੇ, ਵੀ ਨਹਾਉਣਾ ਪਊਗਾ, ਫਿਰ ਤੂੰ ਨਿਤਨੇਮ ਕੀ ਕਰੇਗਾ ਬਈ। ਮਹਾਰਾਜ ਜੀ ਕਹਿੰਦੇ ਦੁਨੀਆ ਦੇ ਏਡੇ ਏਡੇ ਔਖੇ ਕੰਮ ਕਰ ਲੈਣਾ, ਤੂੰ ਬਹੁਤ ਭਾਰੀ ਕੰਮ ਵੀ ਕਰ ਲੈਣਾ, ਪੱਥਰ ਵੀ ਤੋੜ ਲੈਣਾ, ਦਿਮਾਗੀ ਕੰਮ ਵੀ ਔਖੇ ਔਖੇ ਕਰ ਲੈਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਸਾਰੋ ਦਿਨ ਮਜ਼ਦੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰ। ਕਹਿੰਦੇ 8 ਘੰਟੇ 12 ਘੰਟੇ 14 ਘੰਟੇ ਕੰਮ ਕਰ ਸਕਦਾ ਹੈ, ਪਰ ਜਦੋਂ ਸਿਮਰਨ ਦੀ ਗੱਲ ਆਵੇ ਗੁਰੂ ਵਾਲੇ ਬਣਦੀ ਕਹਿੰਦੇ ਜੀ ਔਖਾ ਹੈ। ਮਹਾਰਾਜ ਕਹਿੰਦੇ ਇਹ ਜਿਹੜੇ ਨਾ ਨਾਸਤਕ ਬੰਦੇ ਆ ਉਹਨਾਂ ਦੀ ਹਾਲਤ ਹੈ ਸਾਕਤ ਬੰਦੇ ਨੇ ਜਿਹੜੇ। ਕਿਵੇਂ ਅੰਮ੍ਰਿਤ ਕੌੜਾ ਵਿਖਿਆ ਮੀਠੀ, ਕਹਿੰਦੇ ਅੰਮ੍ਰਿਤ ਕੌੜਾ ਲੱਗਦਾ ਉਹਨਾਂ ਨੂੰ, ਹਾਲਾਂਕਿ ਮਿੱਠਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਜਿਹੜੀ ਜ਼ਹਿਰ ਹੈ ਕੌੜੀ, ਭਾਵ ਉਹ ਜ਼ਹਿਰ ਕੌੜੀ ਹੁੰਦੀ ਹੈ ਪਰ ਲੱਗਦੀ ਮਿੱਠੀ ਹੈ। ਸਾਕਤ ਕੀ ਵਿਦਨੈ ਨੋ ਡੀਠੀ, ਸਾਕਤ ਪੁਰਸ਼ਾਂ ਦੀ ਜਿਹੜੀ ਹਾਲਤ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਆਪਣੀ ਅੱਖਾਂ ਦੇ ਨਾਲ ਵੇਖ ਲਈ ਹੈ। ਹੁਣ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਸਿਰ ਵੀ ਉਹੀ ਦੇਵੇਗਾ। ਹਾਲਾਂਕਿ ਉਹ ਕਹਿੰਦੇ ਨੇ ਵੀ ਗੁਰੂ ਕਲਗੀਧਰ ਮਹਾਰਾਜ ਜੀ ਜੇ ਸਿਰ ਦੇ ਕੇ ਖੁਸ਼ ਹੋ ਜਾਣ, ਇਦੋਂ ਤਾਂ ਕੰਮ ਹੀ ਸਸਤਾ ਨਹੀਂ ਕੋਈ, ਸੌਦਾ ਹੀ ਬੜਾ ਸਸਤਾ ਹੈ। ਦੇਖੋ ਪਿਆਰ ਵਾਲੇ ਦੀਆਂ ਗੱਲਾਂ ਨੇ। ਹੁਣ ਪੜ੍ਹਦਿਆ ਜਾ ਰਿਹਾ ਹੈ ਭਾਈ ਦਇਆ ਸਿੰਘ ਜੀ, ਭਾਈ ਦਇਆ ਰਾਮ ਹੈ ਸਿੰਘ ਅੰਮ੍ਰਿਤ ਛਕ ਕੇ, ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ, ਸਿਰ ਦਿੱਤਿਆ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ। ਪਿਆਰ ਵਾਲੇ ਕਦਰ ਵਾਲੇ ਕਹਿੰਦੇ ਸਸਤਾ ਸਮਝਦੇ ਨੇ। ਹੁਣ ਤਾਂ ਸਿਰ ਵੀ ਦੇਣ ਦੀ ਲੋੜ ਨਹੀਂ ਹੈ। ਜਿਹੜੇ ਅੰਮ੍ਰਿਤ ਨੂੰ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਦੈਂਤਾਂ ਦੀ ਔਰ ਦੇਵਤਿਆਂ ਦਾ ਯੁੱਧ ਹੁੰਦਾ ਰਿਹਾ ਅੰਮ੍ਰਿਤ ਪਿੱਛੇ, ਪਰ ਹੁਣ ਗੁਰੂ ਆਪ ਕਹਿ ਰਿਹਾ ਵੀ ਅੰਮ੍ਰਿਤ ਛਕ ਲਓ, ਪਰ ਮਹਾਰਾਜ ਜੀ ਕਹਿੰਦੇ ਨਹੀਂ, ਇੱਦਾਂ ਨਹੀਂ। ਬਿਨ ਭਾਗਾਂ ਜਿਵੇਂ ਸੰਗਤ ਨਹੀਂ ਮਿਲਦੀ, ਬਿਨਾਂ ਕਰਮਾਂ ਤੋਂ ਅੰਮ੍ਰਿਤ ਵੀ ਨਹੀਂ ਮਿਲ ਸਕਦਾ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਉਦਾਹਰਣ ਦਿਆ ਕਰਦੇ ਸੀ ਇੱਕ, ਕਹਿੰਦੇ ਜਿਵੇਂ ਬੋਹੜ ਦੇ ਦਰਖਤ ਆ ਨਾ, ਬੋਹੜ ਦੇ ਦਰਖਤ ਨੂੰ ਜਿੰਨੇ ਪੱਤੇ ਹੋਣ, ਓਨੇ ਚੰਗੇ ਕਰਮ ਕੀਤੇ ਹੋਣ,
ਤਾਂ ਇਸ ਨੂੰ ਮਨੁੱਖਾ ਜਨਮ ਮਿਲਦਾ ਹੈ। ਚਲੋ ਇੰਨੇ ਕੁ ਤਾਂ ਚੰਗੇ ਹਨ ਹੀ, ਪਰ ਜਿੰਨੇ ਉਹ ਦਰਖਤ ਨੂੰ ਫਲ ਲੱਗੇ ਹੁੰਦੇ ਨੇ, ਓਨੇ ਚੰਗੇ ਕਰਮ ਕੀਤੇ ਹੋਣ ਤਾਂ ਇਹ ਸਿੱਖਾਂ ਦੇ ਘਰ ਜਨਮ ਲੈਂਦਾ ਹੈ। ਉਹਦਾ ਕਾਰਨ ਕੀ? ਧਰਮ ਸਾਰੇ ਹੀ ਚੰਗੇ ਨੇ, ਪਰ ਸਿੱਖਾਂ ਦੇ ਵਿੱਚ ਘਰ ਵਿੱਚ ਜਨਮ ਲੈ ਕੇ ਗੁਰੂ ਲੱਭਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਆਪਣੇ ਗੁਰੂ ਨੇ, ਪਰ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਵੀ ਜੇ ਹੋਰ ਕਿਤੇ ਜਾਂਦਾ ਫਿਰ ਇਦੋਂ ਮਾੜੇ ਭਾਗ ਵੀ ਨਹੀਂ ਹਨ। ਆਓ ਫਿਰ ਉਹ ਫਲਾਂ ਦੇ ਵਿੱਚ, ਜਿਹੜੇ ਬੋਹੜ ਦੇ ਦਰਖਤ ਨੂੰ ਫਲ ਹੁੰਦੇ ਨੇ, ਅਣਗਿਣਤ ਬੀਜ ਹੁੰਦੇ ਨੇ, ਉਹਨੇ ਚੰਗੇ ਸ਼੍ਰੇਸ਼ਟ ਚੰਗੇ ਕਰਮ ਕੀਤੇ ਹੋਣ ਤਾਂ ਕਿਤੇ ਜਾ ਕੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ ਹੈ। ਨਹੀਂ ਤਾਂ ਮਹਾਰਾਜ ਜੀ ਕਹਿੰਦੇ ਪ੍ਰਾਪਤ ਨਹੀਂ ਹੁੰਦਾ। ਅੰਮ੍ਰਿਤ ਐਵੇਂ ਨਹੀਂ ਮਿਲਦਾ, ਇਹ ਦੇਵਤੇ ਲੱਭਦੇ ਫਿਰਦੇ ਨੇ। ਪਰ ਹੁਣ ਭਾਈ ਦਇਆ ਰਾਮ ਜੀ ਜਾ ਰਹੇ ਨੇ ਵੀ ਜੇ ਗੁਰੂ ਕੁਝ ਮੰਗ ਰਿਹਾ ਹੈ, ਵੈਸੇ ਗੁਰੂ ਮੰਗਦਾ ਨਹੀਂ ਹੁੰਦਾ, ਪਰ ਜੇ ਗੁਰੂ ਮੰਗ ਰਿਹਾ ਕੁਝ ਦੇਣ ਵਾਸਤੇ ਵੀ ਕੋਈ ਵਸਤੂ ਵੀ ਵੱਡੀ ਦੇਵੇਗਾ ਗੁਰੂ। ਭਾਈ ਦਇਆ ਰਾਮ ਜੀ ਹੱਥ ਜੋੜ ਕੇ ਖੜ ਗਏ, ਸੱਚੇ ਪਾਤਸ਼ਾਹ ਪਹਿਲੀ ਗੱਲ ਤਾਂ ਮੇਰੀ ਗਲਤੀ ਮਾਫ ਕਰੋ, ਮੈਂ ਪਹਿਲਾ ਹੁਕਮ ਨਹੀਂ ਮੰਨਿਆ। ਕਲਗੀਧਰ ਮਹਾਰਾਜ ਜੀ ਪੁੱਛਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਮਹਾਰਾਜ ਜੀ ਦਇਆ ਰਾਮ। ਕਿੱਥੋਂ ਆਇਆ? ਕਹਿੰਦੇ ਲਾਹੌਰ ਤੋਂ। ਕਹਿੰਦੇ ਲਾਹੌਰ ਵਿੱਚ ਦਇਆ ਹੈ? ਜਿਸ ਬਾਬਤ ਆਪਾਂ ਪੜ੍ਹਦੇ ਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਉੱਥੇ ਇੰਨੇ ਪਾਪ ਹੁੰਦੇ ਸੀ, ਕਹਿੰਦੇ ਉੱਥੋਂ ਦਇਆ ਆ ਗਈ। ਹੁਣ ਦਇਆ ਰਾਮ ਨੂੰ ਕਲਗੀਧਰ ਮਹਾਰਾਜ ਜੀ ਕਹਿੰਦੇ ਤੰਬੂ ਵਿੱਚ ਲੈ ਗਏ, ਜ਼ੋਰ ਨਾਲ ਵਾਰ ਕੀਤਾ, ਧੜ ਦੇ ਨਾਲੋਂ ਸੀਸ ਅਲੱਗਾ ਹੋ ਗਿਆ। ਹੁਣ ਜਿਨ੍ਹਾਂ ਨੂੰ ਸ਼ਰਧਾ ਨਹੀਂ, ਉਹ ਪਤਾ ਕੀ ਕਹਿੰਦੇ ਨੇ, ਲਿਖਣ ਵਾਲੇ ਲਿਖ ਵੀ ਦਿੰਦੇ ਨੇ, ਕਹਿੰਦੇ ਕਲਗੀਧਰ ਮਹਾਰਾਜ ਜੀ ਨੇ ਬੱਕਰੇ ਵੱਢੇ ਸੀ। ਫਿਰ ਸਿੱਖੀ ਆਪਾਂ ਨੂੰ ਕਿਉਂ ਮਿਲ ਗਈ ਬਈ? ਬੱਕਰਿਆਂ ਨੂੰ ਮਿਲਣੀ ਚਾਹੀਦੀ ਸੀ। 4 ਬੱਕਰਿਆਂ ਦੇ ਸਾਹਮਣੇ ਇੱਕ ਬੱਕਰੇ ਨੂੰ ਵੱਢਿਆ ਜਾਵੇ ਨਾ, ਉਹ ਰੌਲਾ ਪਾ ਦਿੰਦੇ ਨੇ। ਤੇ ਦੂਜੀ ਗੱਲ ਇਹ ਹੈ, ਤੇ ਜਿਹੜਾ ਗੁਰੂ ਕਹਿੰਦਾ ਵੀ ਸੱਚਾ ਸੱਚ ਬੋਲੋ, ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਉਹ ਗੁਰੂ 80,000 ਦੇ ਇਕੱਠ ਦੇ ਵਿੱਚ ਝੂਠ ਬੋਲੇਗਾ ਵੀ ਮੈਂ ਸਿਰ ਪੰਜਾਂ ਦੇ ਲੈਣੇ ਆ ਤੇ ਅੰਦਰ ਜਾ ਕੇ ਬੱਕਰੇ ਵੱਢੇ? ਕਿਉਂਕਿ ਉਹਨਾਂ ਨੂੰ ਸ਼ਰਧਾ ਨਹੀਂ ਵੀ ਸਿਰ ਦੁਬਾਰੇ ਜੁੜ ਨਹੀਂ ਸਕਦੇ। ਉਹਦਾ ਇਹ ਵੀ ਕਹਿ ਦਿੰਦੇ ਆ, ਬਾਬਾ ਦੀਪ ਸਿੰਘ ਜੀ ਦੇ ਕੱਟ ਲੱਗਿਆ ਸੀ, ਸਿਰ ਨਹੀਂ ਸੀ ਲੈਦਾ ਹੋਇਆ। ਕਿਸੇ ਦੇ ਕੱਟ ਲਾ ਕੇ ਦੇਖ ਲਓ, ਜੇ ਹਸਪੀਟਲ 'ਚ ਵੀ ਤੁਰ ਕੇ ਪਹੁੰਚੇ ਆਪ ਚੁੱਕ ਕੇ ਲੈ ਕੇ ਜਾਵਾਂਗੇ। ਉਹਨਾਂ ਨੂੰ ਸ਼ਰਧਾ ਨਹੀਂ, ਗੁਰੂ ਵਰਗਾ ਆਪਣੇ ਵਰਗਾ ਗੁਰੂ ਨੂੰ ਸਮਝਦੇ ਨੇ। ਬਾਣੀ ਪੜ੍ਹ ਕੇ ਵੇਖੋ, ਸਤਿਗੁਰ ਮੇਰਾ ਮਾਰ ਜੀਵਾਲਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਅੰਮ੍ਰਿਤ ਵੇਲੇ ਸਮਾਧੀ ਲੱਗੀ ਹੈ, ਮਾਤਾ ਦੀ ਰੋਣ ਦੀ ਆਵਾਜ਼ ਕੰਨ ਵਿੱਚ ਆਈ। ਭਾਈ ਬੱਲੂ ਕੌਣ ਰੋਂਦਾ ਹੈ? ਮਹਾਰਾਜ ਜੀ ਦਾ ਇੱਕ ਮਾਤਾ ਦਾ ਲੌਤਾ ਪੁੱਤਰ ਚੜ੍ਹਾਈ ਕਰ ਗਿਆ। ਮਹਾਰਾਜ ਜੀ ਕਹਿੰਦੇ ਹੁਣ ਇਹਨੂੰ ਕਹਿ ਚੁੱਪ ਕਰ ਜਾ, ਸਵੇਰੇ ਦਾ ਪੁੱਤਰ ਜਿਉਂਦਾ ਹੋ ਜਾਵੇਗਾ। ਵਾਕਈ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣਾ ਚਰਨ ਛੁਹਾਇਆ, ਜਿਉਂਦਾ ਕਰ ਦਿੱਤਾ, ਤੇ ਇੱਕ ਬਚਨ ਵੀ ਕੀਤਾ, ਜਦੋਂ ਤੱਕ ਸਾਡਾ ਸਰੀਰ ਰਹੇਗਾ ਗੋਇੰਦਵਾਲ ਸਾਹਿਬ ਵਿੱਚ ਕੋਈ ਵੀ ਪ੍ਰਾਣੀ ਚੜ੍ਹਾਈ ਨਹੀਂ ਕਰੇਗਾ। ਵਾਕਈ ਇਤਿਹਾਸ ਪੜ੍ਹ ਕੇ ਵੇਖ ਲਓ, ਕੋਈ ਵੀ ਮਰਿਆ ਨਹੀਂ। ਮਹਾਰਾਜ ਦਾ ਹਿਰਦਾ ਨਰਮ ਦਿਆਲੂ। ਆਓ ਆਪਾਂ ਵਿਚਾਰ ਇਹ ਕਰਦੇ ਹਾਂ ਵੀ ਗੁਰੂ ਵਿੱਚ ਤਾਕਤ ਹੈ। ਮਿਰਤਕ ਕੋ ਪਾਇਓ ਤਨ ਸਾਸਾ। ਜਿਨ੍ਹਾਂ ਨੂੰ ਸ਼ਰਧਾ ਨਹੀਂ ਉਹ ਕਹਿੰਦੇ ਨੇ ਜੀ ਬੱਕਰੇ ਵੱਡੇ ਹੋਣਗੇ। ਆਓ ਭਾਈ ਦਇਆ ਰਾਮ ਜੀ ਦਾ ਸੀਸ ਲਹਿਦਾ ਕਰ ਦਿੱਤਾ, ਫਿਰ ਬਾਹਰ ਆਏ, ਫਿਰ ਬੁਲੰਦ ਆਵਾਜ਼ ਵਿੱਚ ਮਹਾਰਾਜ ਜੀ ਨੇ ਬਚਨ ਕੀਤਾ, ਉੱਠੋ ਕੋਈ ਸੂਰਮਾ, ਮੇਰੇ ਸ੍ਰੀ ਸਾਹਿਬ ਦੀ ਤਲਵਾਰ ਦੀ ਕੋਈ ਪਿਆਸ ਬੁਝਾਵੋ। ਫਿਰ ਕਹਿੰਦੇ ਦਿੱਲੀ ਦਾ ਰਹਿਣ ਵਾਲਾ ਭਾਈ ਧਰਮ ਚੰਦ, ਜੱਟਾਂ ਦੇ ਘਰਾਣੇ ਦਾ ਜਨਮ। ਇੱਕ ਬੇਨਤੀ ਇਹ ਵੀ ਹੈ, ਕਲਗੀਧਰ ਮਹਾਰਾਜ ਜੀ ਇੱਕ ਧਰਮ ਦਾ ਇੱਕ ਜਾਤ ਦਾ ਨਹੀਂ ਲਿਆ, ਕੋਈ ਛਤਰੀ ਕੋਈ ਜੱਟ, ਭਾਈ ਹਿੰਮਤ ਰਾਏ ਜੀ ਝਿਓਰ, ਔਰ ਇੱਕ ਜਗ੍ਹਾ ਤੋਂ ਨਹੀਂ ਲਏ, ਕੋਈ ਜਗਨਨਾਥਪੁਰੀ ਤੋਂ, ਕੋਈ ਮਹਾਰਾਸ਼ਟਰ ਤੋਂ, ਕੋਈ ਲਾਹੌਰ ਤੋਂ, ਕੋਈ ਦਿੱਲੀ ਤੋਂ, ਕੋਈ ਬਿਦਰ ਤੋਂ, ਕਿੱਡੀ ਕਿੱਡੀ ਦੂਰੋਂ ਸੰਗਤਾਂ ਆਈਆਂ ਹੋਣਗੀਆਂ। ਆਓ ਭਾਈ ਧਰਮ ਚੰਦ ਜੀ ਜਦੋਂ ਅੱਗੇ ਆਏ, ਹੱਥ ਜੋੜੇ, ਮਹਾਰਾਜ ਜੀ ਮੇਰਾ ਸਿਰ ਹਾਜ਼ਰ ਹੈ। ਕਲਗੀਧਰ ਮਹਾਰਾਜ ਜੀ ਕਹਿੰਦੇ ਨਾਮ ਕੀ ਹੈ? ਮਹਾਰਾਜ ਜੀ ਧਰਮ ਚੰਦ ਕਹਿੰਦੇ ਠੀਕ ਹੈ, ਜਿੱਥੇ ਦਇਆ ਆ ਗਈ ਖਾਲਸੇ ਵਿੱਚ ਧਰਮ ਵੀ ਆ ਜਾਏਗਾ, ਕਿਉਂਕਿ ਪਹਿਲਾਂ ਦਇਆ ਹੁੰਦੀ ਹੈ। ਬਾਣੀ ਵਿੱਚ ਪੜ੍ਹਦੇ ਆ ਨਾ ਆਪਾਂ, ਧੌਲ ਧਰਮ ਦਇਆ ਕਾ ਪੂਤ। ਜਿਵੇਂ ਮਾਂ ਤੋਂ ਬਗੈਰ ਪੁੱਤਰ ਨਹੀਂ ਹੁੰਦਾ, ਇਸੇ ਤਰ੍ਹਾਂ ਦਇਆ ਮਾਂ ਹੈ, ਉਹਦਾ ਪੁੱਤਰ ਕੌਣ ਹੈ? ਧਰਮੀ।
ਜੇ ਮਨ ਵਿੱਚ ਤਰਸ ਨਹੀਂ, ਮਨ ਵਿੱਚ ਦਇਆ ਨਹੀਂ ਗਰੀਬ ਦੇ ਪ੍ਰਤੀ, ਤੇ ਤੂੰ ਆਪਣੇ ਆਪ ਨੂੰ ਧਰਮੀ ਅਖਵਾ ਨਹੀਂ ਸਕਦਾ। ਆਓ ਭਾਈ ਧਰਮ ਚੰਦ ਦਾ ਵੀ ਸੀਸ ਕਲਗੀਧਰ ਮਹਾਰਾਜ ਜੀ ਨੇ ਅਲੱਗਾ ਕੀਤਾ। ਤੀਜੀ ਵਾਰ ਫਿਰ ਹਿੰਮਤ ਕਰਕੇ ਭਾਈ ਹਿੰਮਤ ਰਾਏ ਜੀ ਉੱਠੇ। ਅੱਗੇ ਜਾ ਰਹੇ ਨੇ ਝਿਉਰਾਂ ਦੇ ਘਰਾਣੇ ਦਾ ਜਨਮ, ਜਗਨਨਾਥਪੁਰੀ ਦੇ ਰਹਿਣ ਵਾਲੇ। ਮਹਾਰਾਜ ਜੀ ਨੇ ਪੁੱਛਿਆ ਕੀ ਨਾਮ ਹੈ? ਮਹਾਰਾਜ ਜੀ ਭਾਈ ਹਿੰਮਤ ਰਾਏ। ਕਹਿੰਦੇ ਠੀਕ ਹੈ, ਖਾਲਸੇ ਵਿੱਚ ਦਇਆ ਵੀ ਹੋਣੀ ਚਾਹੀਦੀ ਹੈ, ਧਰਮ ਵੀ ਆ ਗਿਆ ਤੇ ਹਿੰਮਤ ਵੀ ਚਾਹੀਦੀ ਹੈ। ਧਰਮ ਕਮਾਉਣ ਦੀ ਹਿੰਮਤ, ਉਦਮ ਕਰਿੰਦਿਆਂ ਜੀਓ ਤੂੰ। ਆਲਸੀ ਬੰਦਾ ਤਾਂ ਬੱਚੇ ਨਹੀਂ ਪਾਲ ਸਕਦਾ, ਧਰਮ ਤਾਂ ਕੀ ਕਮਾਵੇਗਾ? ਰੱਬ ਦੀ ਪ੍ਰਾਪਤੀ ਉਹ ਕਿਵੇਂ ਕਰ ਲੇਗਾ? ਖਾਲਸੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਹਿੰਮਤ ਚਾਹੀਦੀ ਹੈ, ਹਿੰਮਤ ਸੱਚ ਬੋਲਣ ਦੀ ਹਿੰਮਤ ਚਾਹੀਦੀ ਹੈ, ਸੇਵਾ ਕਰਨ ਦੀ, ਸੱਚ ਦੇ ਮਾਰਗ ਤੇ ਚੱਲਣ ਦੀ ਹਿੰਮਤ ਰਾਜ ਚਾਹੀਦੀ ਹੈ। ਮਹਾਰਾਜ ਜੀ ਨੇ ਭਾਈ ਹਿੰਮਤ ਰਾਏ ਦਾ ਵੀ ਸੀਸ ਅਲੱਗਾ ਕਰ ਦਿੱਤਾ। ਚੌਥੀ ਵਾਰ ਮੋਹ ਦੀਆਂ ਤੰਦਾਂ ਨੂੰ ਤੋੜਦਾ ਹੋਇਆ ਭਾਈ ਮੋਹਕਮ ਚੰਦ ਅੱਗੇ ਨੂੰ ਆਇਆ। ਮਹਾਰਾਜ ਜੀ ਨੇ ਨਾਮ ਪੁੱਛਿਆ। ਮਹਾਰਾਜ ਜੀ ਮੋਹਕਮ ਚੰਦ, ਦੁਆਰਕਾ ਦੇ ਰਹਿਣ ਵਾਲਾ। ਮਹਾਰਾਜ ਜੀ ਨੇ ਡੌਲੇ ਤੋਂ ਫੜਿਆ। ਪਹਿਲਾਂ ਤਾਂ ਮਹਾਰਾਜ ਜੀ ਕਹਿੰਦੇ ਦਇਆ ਆ ਗਈ, ਫਿਰ ਧਰਮ ਆ ਗਿਆ, ਖਾਲਸੇ ਵਿੱਚ ਹਿੰਮਤ ਆ ਗਈ। ਕਹਿੰਦੇ ਮੋਹ ਵੀ ਕੰਮ ਚਾਹੀਦਾ ਹੈ, ਮੋਹ ਵੀ ਡੋਬ ਦਿੰਦਾ ਹੈ। ਭਾਈ ਮੋਹਕਮ ਚੰਦ ਦਾ ਧੜ ਦੇ ਨਾਲੋਂ ਸੀਸ ਅਲੱਗਾ ਕਰ ਦਿੱਤਾ। ਫਿਰ ਪੰਜਵੀਂ ਵਾਰ ਆਵਾਜ਼ ਮਾਰੀ। ਕਈ ਕਹਿੰਦੇ ਨੇ ਮਹਾਰਾਜ ਜੀ ਸੀਸ ਵੱਢੀ ਜਾ ਰਹੇ ਨੇ, ਗੱਲ ਪਤਾ ਨਹੀਂ ਕਿੱਥੇ ਮੁੱਕਣੀ ਹੈ। ਕਈ ਤਾਂ ਕਹਿੰਦੇ ਭੱਜ ਹੀ ਗਏ, ਕਈਆਂ ਨੇ ਨਿਗਾਹ ਹੀ ਨਹੀਂ ਉੱਚੀ ਚੁੱਕੀ ਕਿਤੇ ਮਹਾਰਾਜ ਜੀ ਮੈਨੂੰ ਹੀ ਨਾ ਬੁਲਾ ਲੈਣ। ਪਰ ਕਈ ਮਸੰਦ ਮਾਤਾ ਜੀ ਕੋਲ ਜਾ ਕੇ ਬੇਨਤੀ ਕਰਦੇ ਨੇ, ਮਹਾਰਾਜ ਜੀ ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ, ਇੱਕ ਸਿਰ ਵੱਢਦੇ ਨੇ, ਦੂਜਾ ਮੰਗਣ ਆ ਜਾਂਦੇ ਨੇ, ਗੱਲ ਪਤਾ ਨਹੀਂ ਕਿੱਥੇ ਜਾ ਕੇ ਮੁੱਕੇਗੀ, ਤੁਸੀਂ ਸਮਝਾਓ। ਇਹ ਮਾਤਾ ਜੀ ਕਹਿਣ ਲੱਗੇ, ਮਸੰਦੋ ਨਾਲੇ ਇੱਕ ਤੋਹੀਨ ਵਾਲਾ ਬਚਨ ਕੀਤਾ, ਪਤਾ ਨਹੀਂ ਇਹਨਾਂ ਤੇ ਦੇਵੀ ਪੁੱਠੀ ਪੈ ਗਈ। ਮਾਤਾ ਜੀ ਆਖਦੇ ਨੇ ਗੁਰੂ ਘਰ ਦਾ ਖਾ ਕੇ ਤੁਹਾਡੀ ਮੱਤ ਮਾਰੀ ਗਈ। ਇਹ ਗੁਰੂ ਨਾਨਕ ਦੀ ਜੋਤ ਹੈ। ਜਿਸ ਗੁਰੂ ਨਾਨਕ ਬਾਬਤ ਆਪਾਂ ਪੜ੍ਹਦੇ ਆ ਨਾ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੋਂ ਵੱਡਾ ਹੈ। ਸਾਰੇ ਦੇਵੀ ਦੇਵਤੇ ਆਪਣੇ ਚੰਗੇ ਨੇ, ਮੰਨਦੀ ਹੈ ਦੁਨੀਆ, ਪਰ ਗੁਰੂ ਨਾਨਕ ਨੂੰ ਵੱਡਾ ਕਿਉਂ ਗਿਆ ਹੈ? ਕਿਉਂਕਿ ਅਵਤਾਰ ਕੋਈ ਨਾ ਕੋਈ ਦੇਵਤੇ ਜਾਂ ਦੇਵੀ ਦਾ ਮੰਨਿਆ ਗਿਆ ਹੈ, ਪਰ ਗੁਰੂ ਨਾਨਕ ਵੱਡਾ ਕਿਉਂ ਕਿਹਾ ਗਿਆ ਹੈ? ਕਰੋੜਾਂ ਬ੍ਰਹਮੰਡ, ਕਰੋੜਾਂ ਦੇਵਤੇ ਜਿਹਨੇ ਬਣਾਏ ਨੇ, ਉਹ ਪਰਮੇਸ਼ਰ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ, ਨਾ ਕਿ ਕਿਸੇ ਦੇਵੀ ਦੇਵਤੇ ਨੇ। ਇਸ ਕਰਕੇ ਇਹ ਗੁਰੂ ਨਾਨਕ ਦੀ 10ਵੀਂ ਜੋਤ ਹੈ। ਜੋ ਗੁਰੂ ਕਰਦਾ ਹੈ ਭਲਾਈ ਕਰੇਗਾ। ਆਓ ਫਿਰ ਪੰਜਵੀਂ ਵਾਰ ਜਦੋਂ ਭਾਈ ਸਾਹਿਬ ਚੰਦ ਜੀ ਆਏ, ਮਹਾਰਾਜ ਜੀ ਨੇ ਨਾਮ ਪੁੱਛਿਆ ਤੇ ਕਹਿੰਦਾ ਮਹਾਰਾਜ ਜੀ ਸਾਹਿਬ ਚੰਦ। ਮਹਾਰਾਜ ਕਹਿੰਦੇ ਠੀਕ ਹੈ, ਖਾਲਸੇ ਵਿੱਚ ਦਇਆ ਆ ਗਈ, ਧਰਮ ਆ ਗਿਆ ਔਰ ਹਿੰਮਤ ਵੀ ਆ ਗਈ, ਮੋਹ ਵੀ ਨਹੀਂ ਰਿਹਾ, ਤੇ ਫਿਰ ਪਰਮੇਸ਼ਰ ਨੇ ਤਾਂ ਆਈ ਜਾਣਾ ਹੈ। ਨਾਮਾਂ ਦੇ ਵਿੱਚ ਵੀ ਅਰਥ ਨੇ। ਸਾਹਿਬਜ਼ਾਦਿਆਂ ਦੇ ਨਾਮ ਦੇਖੋ, ਬਾਬਾ ਅਜੀਤ ਸਿੰਘ ਜਿਹੜਾ ਜਿੱਤਿਆ ਹੀ ਨਾ ਜਾਵੇ, ਔਰ ਫਿਰ ਬਾਬਾ ਜੁਝਾਰ ਸਿੰਘ ਜੀ ਜਿਹੜਾ ਜੁਝਾਰੂ ਹੋਵੇ, ਬਾਬਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀਆਂ ਬਾਹਾਂ ਵਿੱਚ ਜ਼ੋਰ ਹੋਵੇ। ਕਹਿੰਦੇ ਫਿਰ ਜੇ ਇਹ ਗੁਣ ਆ ਗਏ ਫਤਿਹ ਤਾਂ ਹੋ ਹੀ ਜਾਣੀ ਹੈ। ਬਾਬਾ ਫਤਿਹ ਸਿੰਘ ਜੀ। ਆਓ ਫਿਰ ਕਲਗੀਧਰ ਮਹਾਰਾਜ ਜੀ ਨੇ ਪੰਜਾਂ ਨੂੰ ਸੁਰਜੀਤ ਕੀਤਾ, ਸੁਨਹਿਰਾ ਲਿਆ, ਸਰਬਲੋ ਦਾ ਬਾਟਾ ਲਿਆ। ਸਤਲੁਜ ਦਰਿਆ ਤੋਂ ਕਲਗੀਧਰ ਮਹਾਰਾਜ ਜੀ ਨੇ ਜਲ ਮੰਗਵਾਇਆ, ਮਾਤਾ ਜੀ ਨੇ ਪਤਾਸੇ ਪਾ ਦਿੱਤੇ। ਮਹਾਰਾਜ ਜੀ ਕਹਿਣ ਲੱਗੇ ਤੁਸੀਂ ਠੀਕ ਕੀਤਾ, ਨਹੀਂ ਤਾਂ ਕੱਲਾ ਵੀਰ ਰਸ ਰਹਿਣਾ ਸੀ, ਹੁਣ ਖਾਲਸੇ ਵਿੱਚ ਮਿਠਾਸ ਵੀ ਹੋਵੇਗੀ। ਹੁਣ ਕਲਗੀਧਰ ਮਹਾਰਾਜ ਜੀ ਫਿਰ ਹੁਣ ਵੀਰ ਆਸਣ ਲਾ ਕੇ 5 ਬਾਣੀਆਂ ਪੜ੍ਹਦੇ ਨੇ। ਉਹ ਅੰਮ੍ਰਿਤ ਤਿਆਰ ਕਰਦੇ ਨੇ, ਜਿਸ ਅੰਮ੍ਰਿਤ ਨੂੰ ਦੇਵੀ ਦੇਵਤੇ ਵੀ ਲੱਭਦੇ ਫਿਰਦੇ ਨੇ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ, ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ ਜੀ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ, ਸੋ ਅੰਮ੍ਰਿਤ ਗੁਰ ਤੇ ਪਾਇਆ। ਅੰਮ੍ਰਿਤ ਗੁਰ ਤੇ ਪਾਇਆ ਜੀ, ਸੋ ਅੰਮ੍ਰਿਤ ਗੁਰ ਤੇ ਪਾਇਆ।
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ। ਹੁਣ ਜਿਹੜੇ ਇੱਕ ਸ਼ੰਕਾ ਵੀ ਕਰਦੇ ਆ ਜੀ ਅੰਮ੍ਰਿਤ ਸਰੋਵਰ ਇਹ ਅੰਮ੍ਰਿਤ ਕਿਵੇਂ ਹੈ ਤਾਂ ਗਟਰਾਂ 'ਚ ਬਾਣੀ ਜਾਂਦਾ ਹੈ। ਹੁਣ ਇਹ ਅੰਮ੍ਰਿਤ ਕਿਵੇਂ ਹੋ ਜਾਏਗਾ ਜੀ? 24 ਘੰਟੇ ਦਰਬਾਰ ਸਾਹਿਬ ਵਿੱਚ ਬਾਣੀ ਪੜ੍ਹੀ ਜਾਂਦੀ ਹੈ। ਹੁਣ ਜੇ ਉਹਨਾਂ ਨੂੰ ਪੁੱਛਿਆ ਜਾਵੇ ਜੇ ਅੰਮ੍ਰਿਤ ਛਕਣ ਦੀ ਮਰਿਆਦਾ ਵਿੱਚ ਵੀ ਬਾਣੀ ਪੜ੍ਹੀ ਜਾਂਦੀ ਹੈ, ਮੂਹਰੇ ਪਾਣੀ ਹੀ ਹੁੰਦਾ ਉਹ ਪੰਜ ਪਿਆਰਿਆਂ ਦੇ ਅੱਗੇ, ਪਰ ਜਦੋਂ ਉਹ ਖੰਡਾ ਫੇਰ ਕੇ ਉਹ ਬਾਣੀ ਪੜ੍ਹਦੇ ਨੇ ਕਹਿੰਦੇ ਅੰਮ੍ਰਿਤ ਬਣ ਜਾਂਦਾ ਹੈ। ਇਹ ਤਾਕਤ ਹੈ ਬਾਣੀ ਵਿੱਚ, ਕਿਉਂਕਿ ਜਲ ਹੈ ਨਾ ਜਿਹੜਾ ਉਹ ਅਸਰ ਛੇਤੀ ਕਬੂਲਦਾ। ਆਪਣੇ ਕੋਲ ਥੋੜ੍ਹਾ ਸਮਾਂ ਟੂਕ ਮਾਤਰ ਵਿਚਾਰਾ ਕਰਕੇ ਆਪਾਂ ਸਮਾਪਤੀ ਕਰੀਏ। ਕਲਗੀਧਰ ਮਹਾਰਾਜ ਜੀ ਨੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪੀ ਸਾਹਿਬ, ਆਨੰਦ ਸਾਹਿਬ, 3 ਬਾਣੀਆਂ 10ਵੇਂ ਗ੍ਰੰਥ ਵਿੱਚੋਂ ਨੇ। ਮਹਾਰਾਜ ਜੀ ਨੇ ਫਿਰ ਉਹ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਭਾਈ ਦਇਆ ਰਾਮ ਜੀ ਨੂੰ ਕਿਹਾ, ਪਹਿਲਾਂ ਤਾਂ ਸੁੱਚੇ ਸਵੱਛ ਬਸਤਰ, ਭਾਈ ਦਇਆ ਰਾਮ ਜੀ ਵੀਰ ਆਸਣ ਲਾਓ, ਚੂਲਾ ਕਰੋ। ਕਲਗੀਧਰ ਮਹਾਰਾਜ ਜੀ ਨੇ ਫਿਰ ਆਪਣੇ ਚੂਲੇ ਵਿੱਚ ਅੰਮ੍ਰਿਤ ਭਰ ਕੇ ਕਹਿੰਦੇ ਛਕਣਾ ਹੈ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਮੁਖ ਦੇ ਵਿੱਚ ਪਾਏ, 5 ਨੇਤਰਾਂ ਵਿੱਚ ਦ੍ਰਿਸ਼ਟੀ ਬਦਲੀ ਕਰ ਦਿੱਤੀ, 5 ਦਸਮ ਦਵਾਰ ਦੇ ਵਿੱਚ ਗਿਆਨ ਦੇ ਦਿੱਤਾ, ਬ੍ਰਹਮ ਗਿਆਨ ਦਿੱਤਾ 5 ਪਿਆਰਿਆਂ ਨੂੰ ਕਲਗੀਧਰ ਮਹਾਰਾਜ ਜੀ ਨੇ। 5 ਨੂੰ ਅੰਮ੍ਰਿਤ ਛਕਾ ਕੇ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਦਇਆ ਰਾਮ ਜੀ ਅੱਜ ਤੋਂ ਸਿੰਘ ਲਾਉਣਾ ਨਾਮ ਦੇ ਨਾਲ। ਭਾਈ ਦਇਆ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ। ਔਰ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਵੀ ਬਾਅਦ 'ਚੋਂ ਵੀ ਕਈ ਤਿਆਰ ਹੋ ਗਏ, ਕਈ ਤਾਂ ਭੱਜ ਗਏ ਸੀ ਨਾ, ਕਈਆਂ ਦੇ ਮਨ ਵਿੱਚ ਇਹ ਵੀ ਸੀ ਜੇ ਮਹਾਰਾਜ ਜੀ ਮੇਰੇ ਤੋਂ ਸੀਸ ਮੰਗਣ ਹੁਣ ਮੈਂ ਦੇਵਾਂ, ਪਰ ਮੰਗੇ ਹੀ ਮਹਾਰਾਜ ਜੀ ਨੇ 5 ਨੇ। ਫਿਰ ਇੱਕ ਬਚਨ ਵੀ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਪਰ ਆਪਣੇ ਵਰਗਾ ਨਹੀਂ ਜਿਹੜਾ 5 ਕੱਕਿਆਂ ਦਾ ਧਾਰਨੀ ਹੋਵੇ, ਰਹਿਤ ਵਿੱਚ ਪੱਕਾ ਹੋਵੇ। ਮਹਾਰਾਜ ਦਾ ਬਚਨ ਹੈ ਨਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਜਿਹਨੇ ਆਤਮਾ ਦਾ ਰਸ ਲੈ ਲਿਆ, ਆਤਮ ਰਸੀਆ ਬ੍ਰਹਮ ਗਿਆਨੀ ਨੂੰ ਕਹਿੰਦੇ ਨੇ। ਅਸਲੀ ਖਾਲਸਾ ਉਹ ਹੈ। ਮਹਾਰਾਜ ਜੀ ਕਹਿੰਦੇ ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ। ਪ੍ਰਭੂ ਵਿੱਚ ਮੇਰੇ ਵਿੱਚ ਗੁਰੂ ਜੀ ਕਹਿੰਦੇ, ਤੇ ਉਹ ਤਾਸ ਖਾਲਸੇ ਵਿੱਚ ਰੰਚਕ ਮਾਤਰ ਵੀ ਫਰਕ ਨਹੀਂ, ਮੇਰਾ ਹੀ ਰੂਪ ਹੈ। ਆਪਣਾ ਰੂਪ ਦੇ ਦਿੱਤਾ ਮਹਾਰਾਜ ਜੀ ਨੇ। ਔਰ ਮਹਾਰਾਜ ਨੇ ਬਚਨ ਵੀ ਕੀਤਾ, ਜੇ ਸੇਵਾ ਕਰਨੀ ਹੈ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਜੇ ਦਾਨ ਕਰਨਾ ਹੈ दान दियो इन्हीं को भलो और आन को दान न लागत नी को। ये मेरा खालसा है, जे एदी सेवा करोगे तो मेरी सेवा है। आओ आप बचन पढ़ के आप समाप्ति करिए। विच खालसे निवास होवे मेरा, खालसा ही मेरा रूप है। विच खालसे निवास होवे मेरा, खालसा ही मेरा रूप है। विच खालसे निवास होवे मेरा, खालसा ही मेरा रूप है। विच खालसे निवास होवे मेरा, खालसा ही मेरा रूप है। विच खालसे निवास होवे मेरा, खालसा ही मेरा रूप है। विच खालसे निवास होवे मेरा, खालसा ही मेरा रूप है। प्यारे जी खालसा ही मेरा रूप है। प्यारे जी
ਖਾਲਸਾ ਹੀ ਮੇਰਾ ਰੂਪ ਹੈ। ਪਿਆਰੇ ਜੀ ਖਾਲਸਾ ਹੀ ਮੇਰਾ ਰੂਪ ਹੈ, ਮੇਰੇ ਪਿਆਰੇ ਖਾਲਸਾ ਹੀ ਮੇਰਾ ਰੂਪ ਹੈ। ਪਿਆਰੇ ਜੀ ਖਾਲਸਾ ਹੀ ਮੇਰਾ ਰੂਪ ਹੈ, ਮੇਰੇ ਪਿਆਰੇ ਖਾਲਸਾ ਹੀ ਮੇਰਾ ਰੂਪ ਹੈ। ਵਿੱਚ ਖਾਲਸੇ ਨਿਵਾਸ ਹੋਵੇ, ਵਾਹ ਵਾਹ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਵਿੱਚ ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਵਿੱਚ ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਵਿੱਚ ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਵਿੱਚ ਖਾਲਸੇ ਨਿਵਾਸ ਹੋਵੇ ਮੇਰਾ, ਖਾਲਸਾ ਹੀ ਮੇਰਾ ਰੂਪ ਹੈ। ਆਓ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰਹੁ ਨਿਵਾਸ। ਸਮਾਂ ਹੋ ਚੁੱਕਿਆ ਹੈ। ਇਹ ਦਿਨ ਮਨਾਏ ਸਫਲੇ ਤਾਂ ਨੇ, ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ। ਇਹ ਗੱਲਾਂ ਬਾਅਦ ਦੀਆਂ ਨੇ। ਪਹਿਲਾਂ ਪ੍ਰਥਮ ਰਹਿਤ ਯਹ ਜਾਨ, ਖੰਡੇ ਕੀ ਪਾਹੁਲ ਛਕੈ। ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਛਕਣੀ ਪੈਣੀ ਹੈ। ਉਦੋਂ ਬਾਅਦ ਪਹਿਲਾਂ ਤਾਂ ਪੜ੍ਹਾਈ ਤਾਂ ਬਾਅਦ ਵਿੱਚ ਹੁੰਦੀ ਹੈ ਨਾ, ਪਹਿਲਾਂ ਸਕੂਲ ਵਿੱਚ ਦਾਖਲਾ ਲੈਣਾ ਪੈਂਦਾ ਹੈ। ਆਓ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਹੁਣ ਆਪਾਂ ਸਾਰੇ ਸ਼ਲੋਕ ਪੜ੍ਹ ਕੇ ਫਿਰ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇਦਾਈ ਦਇਆ ਖੇਲੇ ਸਗਲੇ ਜਗਤ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਓ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।